ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇ YouTube ਚੈਨਲ ਅਕਾਲ ਆਡੀਓ ਬੁੱਕਸ ਤੇ ਤੁਹਾਡਾ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਕਿਤਾਬ ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ, ਜਿਸ ਦੇ ਸੰਪਾਦਕ ਨੇ ਗੁਰਤੇਜ ਸਿੰਘ ਅਤੇ ਡਾਕਟਰ ਸਵਰਨਜੀਤ ਸਿੰਘ। ਕਿਤਾਬ ਦੇ ਪਿਛਲੇ ਅਧਿਆਏ ਭੇਦ ਭਰਿਆ ਪ੍ਰਗਟਾਵਾ ਵਿੱਚ ਲੇਖਕ ਉਜਾਗਰ ਸਿੰਘ ਨੇ ਨਿਰੰਕਾਰੀ ਕਾਂਡ ਸਮੇਂ ਜੋ ਕੁਝ ਵਾਪਰਿਆ ਉਸ ਦੀ ਸੱਚਾਈ ਨੂੰ ਸਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੱਸਿਆ ਕਿ ਉਸ ਸਮੇਂ ਕਿਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਇਸ ਸਾਰੇ ਕਾਂਡ ਨੂੰ ਅੰਜਾਮ ਦਿੱਤਾ ਗਿਆ ਸੀ। ਤੇ ਹੁਣ ਸ਼ੁਰੂਆਤ ਕਰਦੇ ਹਾਂ ਇੱਕ ਹੋਰ ਨਵੇਂ ਅਧਿਆਏ ਦੀ, ਜਿਸ ਦਾ ਨਾਮ ਹੈ ਸ਼ਹੀਦ ਜਨਰਲ ਸੁਬੇਗ ਸਿੰਘ ਤੇ ਲੇਖਕ ਨੇ ਤਵਲੀਨ ਸਿੰਘ, ਜਿਸ ਵਿੱਚ ਉਹਨਾਂ ਨੇ ਸਵਾਲ ਜਵਾਬ ਦਾ ਸਿਲਸਿਲਾ ਸਾਡੇ ਸਨਮੁਖ ਰੱਖਿਆ ਹੈ। ਸਵਾਲ, ਤੁਸੀਂ ਫੌਜ ਵਿੱਚੋਂ ਕਿਉਂ ਕੱਢੇ ਗਏ? ਜਵਾਬ, ਇਹ ਤੁਸੀਂ ਫੌਜ ਦੇ ਪ੍ਰਸ਼ਾਸਨ ਨੂੰ ਪੁੱਛੋ। ਹੋਰ ਕਈ ਵੱਡੇ ਅਫਸਰਾਂ ਨੂੰ ਜਦੋਂ ਵੀ ਕੱਢਿਆ ਗਿਆ ਉਹਨਾਂ ਉੱਤੇ ਦੋਸ਼ ਲਗਾ ਕੇ ਕੇਸ ਚਲਾਇਆ ਗਿਆ, ਪਰ ਮੇਰੇ ਉੱਤੇ ਤਾਂ ਕੋਈ ਮੁਕੱਦਮਾ ਵੀ ਨਹੀਂ ਚਲਾਇਆ ਗਿਆ। ਸਵਾਲ, ਉਹਨਾਂ ਨੇ ਮੁਕੱਦਮਾ ਕਿਉਂ ਨਹੀਂ ਚਲਾਇਆ? ਜਵਾਬ, ਕਿਉਂਕਿ ਉਹਨਾਂ ਪਾਸ ਮੇਰੇ ਖਿਲਾਫ ਕੋਈ ਸਬੂਤ ਨਹੀਂ ਸੀ। ਉਹਨਾਂ ਮੈਨੂੰ ਸਿਰਫ ਬਾਹਰ ਕੱਢਣਾ ਸੀ। ਇਸ ਲਈ ਕਾਨੂੰਨ ਵਿੱਚ ਇੱਕ ਸਪੈਸ਼ਲ ਮੱਤ ਹੈ, ਜਿਸ ਅਨੁਸਾਰ ਅਫਸਰ ਨੂੰ ਫੌਜ ਵਿੱਚੋਂ ਬਾਹਰ ਕੱਢਣ ਦੀ ਵਿਵਸਥਾ ਹੈ। ਇਸ ਮੱਤ ਦੀ ਵਰਤੋਂ ਅੰਗਰੇਜ਼ ਸਰਕਾਰ ਦੇ ਸਮੇਂ ਵੀ ਕਿਸੇ ਅਫਸਰ ਤੇ ਕਦੀ ਨਹੀਂ ਕੀਤੀ ਗਈ, ਸਗੋਂ ਸਾਡੀ ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਮੇਰੇ ਉੱਤੇ ਹੀ ਇਸ ਕਾਨੂੰਨੀ ਮੱਤ ਦੀ ਦੁਰਵਰਤੋਂ ਕੀਤੀ ਗਈ। ਇਸ ਕਾਨੂੰਨ ਅਨੁਸਾਰ ਫੌਜ ਦੇ ਮੁਖੀ ਕੋਲ ਹੀ ਇਹ ਵਿਵਸਥਾ ਹੈ। ਮੇਰੀ ਆਪਣੀ ਸੇਵਾ ਮੁਕਤੀ ਤੋਂ ਕੇਵਲ ਇੱਕ ਦਿਨ ਪਹਿਲਾਂ ਹੀ ਇਸੇ ਮੱਤ ਅਨੁਸਾਰ ਮੈਨੂੰ ਸੇਵਾ ਮੁਕਤ ਕਰ ਦਿੱਤਾ। ਇੱਥੇ ਹੀ ਬਸ ਨਹੀਂ, ਇਹਨਾਂ ਨੇ ਮੇਰੇ ਖਿਲਾਫ 2 ਮੁਕੱਦਮੇ ਹੋਰ ਦਰਜ ਕਰ ਦਿੱਤੇ। ਪਹਿਲਾ ਇਹ ਸੀ ਕਿ ਮੈਂ ਕਿਸੇ ਹੋਰ ਨਾਂ ਤੇ ਟਰੱਕ ਖਰੀਦ ਰੱਖਿਆ ਸੀ। ਦੂਜਾ ਮੁਕੱਦਮਾ ਇਹ ਸੀ ਕਿ ਮੈਂ 9 ਲੱਖ ਦਾ ਇੱਕ ਮਕਾਨ ਬਣਾਇਆ। ਮੈਂ ਉਹਨਾਂ ਨੂੰ ਸਪਸ਼ਟ ਕੀਤਾ ਕਿ ਮੈਂ ਮਕਾਨ ਸਿਰਫ 1.75 ਲੱਖ ਦਾ ਬਣਵਾਇਆ ਸੀ, ਪਰ ਵਿਜੀਲੈਂਸ ਵਿਭਾਗ ਨੇ ਇਸ ਦੀ ਕੀਮਤ 1.90 ਲੱਖ ਲਗਾਈ। ਅਖੀਰ ਕਚਹਿਰੀ ਵਿੱਚ ਹੀ ਇਹ ਮਕਾਨ 1.75 ਲੱਖ ਦਾ ਸਾਬਤ ਹੋਇਆ। ਸਵਾਲ, ਸੋ ਤੁਸੀਂ ਕੇਸ ਜਿੱਤ ਗਏ? ਜਵਾਬ, ਹਾਂ, ਮੈਂ ਕੇਸ ਜਿੱਤ ਲਏ, ਪਰ ਇਹ ਸਭ ਕੁਝ ਮੇਰੇ ਨੌਕਰੀ ਛੱਡਣ ਮਗਰੋਂ ਹੋਇਆ। ਪਰ ਮੈਨੂੰ ਨੌਕਰੀ ਤੋਂ ਕੱਢਣ ਦੇ ਇਹ ਕਾਰਨ ਨਹੀਂ ਸਨ। ਹੋਇਆ ਇੰਜ ਕਿ ਉਹਨਾਂ ਨੇ 3 ਸਾਲ ਬਾਅਦ ਮੇਰਾ ਕੇਸ ਵਿਜੀਲੈਂਸ ਨੂੰ ਦੇ ਦਿੱਤਾ। ਇਸ ਤਰ੍ਹਾਂ ਤਕਰੀਬਨ 5 ਸਾਲ ਮੈਂ ਕਚਹਿਰੀ ਦੇ ਚੱਕਰ ਵਿੱਚ ਰਿਹਾ ਅਤੇ ਮੈਨੂੰ ਜ਼ਲੀਲ ਕੀਤਾ ਗਿਆ। ਮੈਂ ਸਮਝ ਗਿਆ ਕਿ ਉਹ ਜਾਣ-ਬੁੱਝ ਕੇ ਮੁਕੱਦਮੇ ਵਿੱਚ ਦੇਰੀ ਕਰ ਰਹੇ ਹਨ। ਮੈਂ ਉਸੇ ਵੇਲੇ ਦੇ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਕੋਲ ਗਿਆ ਅਤੇ ਉਸਨੇ ਮੈਨੂੰ ਇਨਸਾਫ ਦੇਣ ਦਾ ਵਚਨ ਕੀਤਾ। ਮੈਂ ਉਸ ਸਮੇਂ ਦੇ ਆਪਣੇ ਮਿੱਤਰ ਐਡਵੋਕੇਟ ਜਨਰਲ ਨੂੰ ਨਾਲ ਲੈ ਕੇ ਗਿਆ ਸੀ। ਉਸਨੇ ਗਿਆਨੀ ਜੀ ਨੂੰ ਕਿਹਾ ਕਿ ਇਸ ਵਿਅਕਤੀ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਉਸਨੇ ਇਹ ਵੀ ਕਿਹਾ ਕਿ ਇਹ ਤੁਹਾਡੀ ਫੌਜ ਦਾ ਇੱਕੋ ਇੱਕ ਜਨਰਲ ਹੈ ਜਿਸ ਨੇ ਦੇਸ਼ ਦਾ ਮਾਣ ਵਧਾਇਆ ਅਤੇ ਇਹ ਤੁਸੀਂ ਦੇਖੋ ਕਿ ਤੁਸੀਂ ਉਸ ਲਈ ਕੀ ਕਰ ਰਹੇ ਹੋ। ਗਿਆਨੀ ਜੀ ਕੇਵਲ ਯਕੀਨ ਦਿਵਾਉਣ ਲਈ ਹੀ ਸ਼ੇਰ ਸਨ। ਉਹਨਾਂ ਕੋਲੋਂ ਕੁਝ ਵੀ ਨਾ ਹੋ ਸਕਿਆ। ਕੇਸ ਵਾਪਸ ਦਾ ਦੂਰ ਦੀ ਗੱਲ, ਕਾਨੂੰਨੀ ਕਾਰਵਾਈ ਵੀ ਸਗੋਂ ਦੇਰ ਕੀਤੀ ਗਈ। ਜੱਜ ਨੇ ਵਿਜੀਲੈਂਸ ਵਿਭਾਗ ਨੂੰ ਚਿੱਠੀ ਲਿਖੀ ਕਿ ਸਾਡਾ ਸਮਾਂ ਨਸ਼ਟ ਨਾ ਕਰੋ ਅਤੇ ਗਵਾਹ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਇਤਨਾ ਹੋਣ ਤੇ ਵੀ ਕੇਸ ਨੂੰ ਲਮਕਾਇਆ ਗਿਆ ਅਤੇ ਵਿਜੀਲੈਂਸ ਵਿਭਾਗ ਨੂੰ ਪੁੱਛਣ ਤੇ ਉਹਨਾਂ ਮੈਨੂੰ ਕਿਹਾ ਕਿ ਉਹ ਚਾਹੋ ਤਾਂ ਇਸ ਕੇਸ ਨੂੰ ਹੋਰ 20 ਸਾਲ ਲਮਕਾ ਸਕਦੇ ਹਨ। ਸਵਾਲ, ਬੰਗਲਾਦੇਸ਼ ਵਿੱਚ ਹੀਰੋ ਬਣਨ ਮਗਰੋਂ ਤੁਸੀਂ ਇੱਕਦਮ ਹੇਠਾਂ ਕਿਵੇਂ ਡਿੱਗ ਗਏ? ਜਵਾਬ, ਕਿਉਂਕਿ ਮੈਂ ਇੱਕ ਬਿਆਨ ਦਿੱਤਾ ਸੀ ਕਿ ਐਮਰਜੈਂਸੀ ਵਿੱਚ ਦੇਸ਼ ਲਈ ਕੋਈ ਵੀ ਵਿਅਕਤੀ ਖਾਸ ਵਿਅਕਤੀ ਨਹੀਂ ਕਹਿਲਾ ਸਕਦਾ। ਮੇਰੇ ਲਈ ਇਹ ਇੱਕ ਵਫਾਦਾਰ ਸਿਪਾਹੀ ਵਾਲਾ ਬਿਆਨ ਸੀ, ਪਰ ਮੇਰੇ ਬਿਆਨ ਨੂੰ ਗਲਤ ਰੰਗ ਦੇ ਕੇ ਫੌਜ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਤੱਕ ਪਹੁੰਚਾਇਆ ਗਿਆ। ਰੱਬ ਜਾਣੇ ਉਹਨਾਂ ਮੇਰੇ ਬਾਰੇ ਕੀ ਸੋਚਿਆ। ਉਹਨਾਂ ਦਾ ਅਸਲੀ ਨਿਸ਼ਾਨਾ ਮੇਰੀ ਤਰੱਕੀ ਰੋਕਣਾ ਸੀ, ਕਿਉਂਕਿ ਮੈਂ ਇੱਕ ਸਿੱਖ ਹਾਂ। ਫੌਜ ਵਿੱਚ ਸਿੱਖਾਂ ਨੂੰ ਅਜਿਹਾ ਹੀ ਦੁਰਵਿਵਹਾਰ ਮਿਲਦਾ ਹੈ। ਸਵਾਲ, ਕੀ ਤੁਸੀਂ ਸੋਚਦੇ ਹੋ ਕਿ ਫੌਜ ਵਿੱਚ ਹੋਰ ਸਿੱਖ ਅਫਸਰਾਂ ਨਾਲ ਅਜਿਹਾ ਹੀ ਦੁਰਵਿਵਹਾਰ ਹੁੰਦਾ ਹੋਵੇਗਾ? ਜਵਾਬ, ਬੇਸ਼ੱਕ ਮੇਰਾ ਦੁਰਵਿਵਹਾਰ ਹੀ ਨਹੀਂ, ਸਗੋਂ ਅਸੀਂ ਹਮੇਸ਼ਾ ਸ਼ੱਕੀ ਅਫਸਰ ਸਮਝੇ ਜਾਂਦੇ ਸਾਂ। ਇਹੋ ਗੱਲ
ਏਅਰ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਟੀਵੀ ਉੱਤੇ ਕਹਿਣੀ ਪਈ ਕਿ ਸਿੱਖਾਂ ਤੇ ਸ਼ੱਕ ਨਾ ਕੀਤਾ ਜਾਵੇ। ਸਵਾਲ, ਤੁਸੀਂ ਸਾਨੂੰ ਮੁਕਤੀ ਬਹਿਣੀ ਬਾਰੇ ਕੁਝ ਦੱਸੋਗੇ? ਤੁਸੀਂ ਇਸ ਦਾ ਸੰਚਾਲਨ ਕਿਵੇਂ ਕੀਤਾ? ਜਵਾਬ, ਇਹ ਬੜੀਆਂ ਖੂਫੀਆ ਗੱਲਾਂ ਹਨ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਸਾਨੂੰ ਇਸ ਬਾਰੇ ਕਿਤਾਬ ਲਿਖਣ ਦੀ ਮਨਾਹੀ ਹੈ। ਜੇ ਮੈਂ ਗੱਲ ਕੀਤੀ ਤਾਂ ਮੈਂ ਦੇਸ਼ ਧਰੋਹੀ ਕਹਿਲਾਵਾਂਗਾ ਅਤੇ ਮੈਂ ਐਸਾ ਨਹੀਂ ਚਾਹੁੰਦਾ। ਸਵਾਲ, ਪਰ ਕੀ ਤੁਸੀਂ ਸਾਨੂੰ ਇਸ ਨੂੰ ਸ਼ੁਰੂ ਕਰਨ ਬਾਰੇ ਦੱਸ ਸਕਦੇ ਹੋ? ਜਵਾਬ, ਇਹ ਗੱਲ ਤੁਸੀਂ ਜਨਰਲ ਜਗਜੀਤ ਸਿੰਘ ਅਰੋੜਾ ਨੂੰ ਪੁੱਛ ਸਕਦੇ ਹੋ। ਉਹ ਮੇਰਾ ਅਫਸਰ ਸੀ, ਪਰ ਮੈਂ ਅਜਿਹੀਆਂ ਗੱਲਾਂ ਕਰਨ ਦਾ ਆਦੀ ਨਹੀਂ। ਸਵਾਲ, ਹਾਲੇ ਵੀ ਨਹੀਂ, ਜਦ ਕਿ ਤੁਹਾਨੂੰ ਸਜ਼ਾ ਦੇ ਦਿੱਤੀ ਗਈ ਹੈ? ਜਵਾਬ, ਬੇਸ਼ੱਕ ਮੈਨੂੰ ਸਜ਼ਾ ਦਿੱਤੀ ਗਈ ਹੈ। ਮੈਂ ਇੰਦਰਾ ਗਾਂਧੀ ਨੂੰ ਅਪੀਲ ਕੀਤੀ ਸੀ ਕਿ ਮੇਰਾ ਕੋਰਟ ਮਾਰਸ਼ਲ ਕੀਤਾ ਜਾਵੇ ਜਾਂ ਖੁੱਲੀ ਕਚਹਿਰੀ ਵਿੱਚ ਮੇਰੇ ਤੇ ਮੁਕੱਦਮਾ ਚਲਾਇਆ ਜਾਵੇ। ਇੱਕ ਹੱਲ ਮੈਂ ਇਹ ਦੱਸਿਆ ਕਿ ਮੇਰੇ ਕੇਸ ਦੀ ਪੜਤਾਲ ਕਿਸੇ ਇਮਾਨਦਾਰ ਆਦਮੀ ਤੋਂ ਕਰਵਾਈ ਜਾਵੇ। ਮੈਂ ਅਪੀਲ ਵਿੱਚ ਇਹ ਵੀ ਕਿਹਾ ਕਿ ਮੈਂ ਠੀਕ ਨਹੀਂ ਰਹਿੰਦਾ ਅਤੇ ਮੇਰੀ ਪਤਨੀ ਵੀ ਬਿਮਾਰ ਹੈ। 6 ਮਹੀਨੇ ਦੇ ਵਕਫੇ ਨਾਲ ਮੇਰੀ 13 ਸਾਲ ਦੀ ਨੌਕਰੀ ਸੀ। ਚੀਨ ਦੀ ਜੰਗ ਸਮੇਂ ਮੈਂ ਜੰਮੂ ਕਸ਼ਮੀਰ ਵਿੱਚ ਸਾਂ। ਜਨਰਲ B.M. ਕੌਲ ਨੇ ਆਪਣੀ ਪੁਸਤਕ ਦ ਅਨਟੋਲਡ ਸਟੋਰੀ ਵਿੱਚ ਮੇਰੀ ਉਸਤਤ ਕੀਤੀ ਸੀ। ਸਵਾਲ, ਉਸ ਸਮੇਂ ਤੁਹਾਡਾ ਕੀ ਰੈਂਕ ਸੀ? ਜਵਾਬ, ਮੈਂ ਉਸ ਸਮੇਂ ਲੈਫਟੀਨੈਂਟ ਕਰਨਲ ਸੀ। ਮੈਂ ਸਟਾਫ ਅਫਸਰ ਸੀ, ਪਰ ਮੈਨੂੰ ਦਿੱਤਾ ਗਿਆ ਕੰਮ ਅਫਸਰਾਂ ਵਰਗਾ ਨਹੀਂ ਸੀ। ਇੱਕ ਹੋਰ ਅਫਸਰ ਜਿਸ ਨੂੰ ਜੰਮੂ ਕਸ਼ਮੀਰ ਤੋਂ ਚੀਨ ਦੀ ਜੰਗ ਵਿੱਚ ਪਹੁੰਚਣ ਲਈ ਕਿਹਾ ਗਿਆ ਤਾਂ ਉੱਥੇ ਪਹੁੰਚਣ ਲਈ ਉਸਨੇ 20 ਦਿਨ ਲਗਾਏ। ਉਹ ਇੱਕ ਹਿੰਦੂ ਸੀ, ਜਦੋਂ ਕਿ ਮੈਂ ਉੱਥੇ ਪਹੁੰਚਣ ਲਈ ਸਿਰਫ 2 ਦਿਨ ਲਗਾਇਆ। ਇਹ ਮੇਰੀ ਵਫਾਦਾਰੀ ਸੀ, ਪਰ ਮੈਂ ਇੱਕ ਸਿੱਖ ਹਾਂ, ਉਹ ਇੱਕ ਹਿੰਦੂ ਹੈ। ਉਸ ਨੂੰ ਲੈਫਟੀਨੈਂਟ ਜਨਰਲ ਬਣਾ ਦਿੱਤਾ ਗਿਆ, ਪਰ ਮੈਨੂੰ ਵਿੱਚੋਂ ਕੱਢ ਦਿੱਤਾ ਗਿਆ ਅਤੇ ਮੈਨੂੰ ਬਣਦੀ ਤਰੱਕੀ ਵੀ ਨਹੀਂ ਦਿੱਤੀ ਗਈ ਅਤੇ ਕਈ ਤਰ੍ਹਾਂ ਦੇ ਮੁਕੱਦਮੇ ਮੜ ਦਿੱਤੇ ਗਏ। ਮੈਨੂੰ ਇਹ ਵੀ ਦੱਸਿਆ ਗਿਆ ਕਿ ਮੈਂ ਯੂਪੀ ਦੇ ਕੱਢੇ ਗਏ ਮੁੱਖ ਮੰਤਰੀ ਬਹੁਗੁਣਾ ਦਾ ਮਿੱਤਰ ਸਾਂ। ਮੈਂ ਉਸ ਵਕਤ ਇਹ ਕਿਹਾ ਕਿ ਮੇਰਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈ। ਤੁਸੀਂ ਦੱਸੋ ਕਿ ਜਦੋਂ ਉਹ ਮੁੱਖ ਮੰਤਰੀ ਸੀ ਤਾਂ ਜੇਕਰ ਉਸਨੇ ਮੈਨੂੰ ਮੁਸ਼ਾਇਰੇ ਵਿੱਚ ਭਾਗ ਲੈਣ ਲਈ ਕਿਹਾ ਤਾਂ ਮੈਂ ਕਿਵੇਂ ਨਾ ਜਾਂਦਾ। ਬੇਸ਼ੱਕ DIG ਅਤੇ ਪੁਲਿਸ ਕਮਿਸ਼ਨਰ ਨੇ ਮੈਨੂੰ ਦੱਸਿਆ ਕਿ ਮੇਰੇ ਬਾਰੇ ਦਿੱਲੀ ਨੂੰ ਰਿਪੋਰਟਾਂ ਭੇਜੀਆਂ ਜਾ ਰਹੀਆਂ ਹਨ। ਮੇਰਾ ਮੁਸ਼ਾਇਰੇ ਵਿੱਚ ਜਾਣਾ ਇੱਕ ਦੇਸ਼ ਵਿਰੋਧੀ ਕਾਰਵਾਈ ਦੱਸਿਆ ਗਿਆ। ਸਵਾਲ, ਕੀ ਤੁਸੀਂ ਸੋਚਦੇ ਹੋ ਉਹਨਾਂ ਦਾ ਐਸਾ ਕਰਨਾ ਇਸ ਲਈ ਸੀ ਕਿਉਂਕਿ ਤੁਸੀਂ ਸਿੱਖ ਸੀ? ਜਵਾਬ, ਬਿਲਕੁਲ ਐਸਾ ਹੀ ਹੈ। ਸਵਾਲ, ਪਰ ਜਨਰਲ ਹਰਬਖਸ਼ ਅਤੇ ਜਨਰਲ ਅਰੋੜਾ ਤਾਂ ਕਾਫੀ ਉੱਪਰ ਤਰੱਕੀ ਕਰ ਗਏ ਸਨ। ਜਵਾਬ, ਪਰ ਮੈਨੂੰ ਤਰੱਕੀ ਨਹੀਂ ਦਿੱਤੀ ਗਈ ਕਿਉਂਕਿ ਇਸ ਤਰ੍ਹਾਂ ਦਾ ਕਈ ਸਿੱਖ ਜਨਰਲ ਹੋ ਜਾਣੇ ਸਨ। ਸਵਾਲ, ਕੀ ਤੁਸੀਂ ਉਹਨਾਂ ਦਿਨਾਂ ਵਿੱਚ ਸਿੱਖ ਮੁਫਾਦ ਦੇ ਸਮਰਥਕ ਸੀ? ਜਵਾਬ, ਵੇਖੋ, ਮੈਂ ਸਿਗਰਟ ਅਤੇ ਸ਼ਰਾਬ ਨਹੀਂ ਪੀਂਦਾ ਅਤੇ ਮੈਂ ਸ਼ਾਕਾਹਾਰੀ ਵੀ ਹਾਂ ਅਤੇ ਮੇਰੀ ਸੰਗਤ ਹਮੇਸ਼ਾ ਸਾਧੂਆਂ ਅਤੇ ਸੰਤਾਂ ਨਾਲ ਰਹੀ ਹੈ। ਇੱਕ ਵਾਰ ਮੈਨੂੰ ਦੱਸਿਆ ਗਿਆ ਕਿ ਇਸ ਵਿਅਕਤੀ ਦੀ ਸੰਗਤ ਭਿਖਾਰੀਆਂ ਨਾਲ ਹੈ। ਮੇਰਾ ਝੁਕਾਅ ਹਮੇਸ਼ਾ ਧਾਰਮਿਕ ਵਿਚਾਰਾਂ ਵੱਲ ਰਿਹਾ ਹੈ। ਜਦੋਂ ਮੈਂ 5 ਸਾਲ ਦਾ ਸੀ ਤਾਂ ਮੇਰੀ ਮਾਤਾ ਜੀ ਨੇ ਮੈਨੂੰ ਜਪਜੀ ਸਾਹਿਬ ਦਾ ਪਾਠ ਸਿਖਾਇਆ। ਫਿਰ ਜਿੱਥੇ ਕਿਤੇ ਵੀ ਮੈਂ ਗਿਆ ਉਥੇ ਅਖੰਡ ਪਾਠ ਦਾ ਪ੍ਰਬੰਧ ਕਰਦਾ ਰਿਹਾ। ਜਦੋਂ ਗਿਆਨੀ ਜੈਲ ਸਿੰਘ ਨੇ ਕੋਈ ਤਸਵੀਰ ਖਿਚਾਈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਜਾ ਰਹੀ ਹੋਵੇ ਤਾਂ ਉਸ ਨੂੰ ਇੱਕ ਧਾਰਮਿਕ ਸਿੱਖ ਕਿਹਾ ਗਿਆ, ਪਰ ਜਦੋਂ ਜਨਰਲ ਹੁੰਦੇ ਹੋਏ ਮੈਂ ਅਜਿਹਾ ਕੀਤਾ ਤਾਂ ਮੈਨੂੰ ਇੱਕ ਧਾਰਮਿਕ ਜਜ਼ਬਾਤੀ ਕਿਹਾ ਗਿਆ। ਸਵਾਲ, ਜਦੋਂ ਤੁਸੀਂ ਬੰਗਲਾਦੇਸ਼ ਗਏ ਕਿ ਉਸ ਸਮੇਂ ਤੁਸੀਂ ਹਜ਼ਾਮਤ ਕਰਵਾਈ ਸੀ? ਜਵਾਬ, ਮੇਰੀ ਦਾੜੀ ਛੋਟੀ ਸੀ ਅਤੇ ਮੇਰੇ ਵਾਲ ਵੀ ਜ਼ਿਆਦਾ ਲੰਬੇ ਨਹੀਂ ਸਨ, ਪਰ ਫਿਰ ਵੀ ਉਹਨਾਂ ਨੂੰ ਥੋੜਾ ਘਟਾ ਦਿੱਤਾ ਗਿਆ। ਸਵਾਲ, ਕੀ ਤੁਸੀਂ ਉੱਥੇ ਮੁਸਲਮਾਨ ਬਣ ਕੇ ਗਏ ਸੀ? ਜਵਾਬ, ਹਾਂ ਜੀ, ਕਿਉਂਕਿ ਹੋਰ ਤਰੀਕਾ ਨਹੀਂ ਸੀ। ਮੈਂ ਜਨਰਲ ਮਾਨਿਕ ਸ਼ਾਹ ਨੂੰ ਵੀ ਕਿਹਾ ਕਿ ਤੁਸੀਂ ਮੈਨੂੰ ਕਿਉਂ ਭੇਜ ਰਹੇ ਹੋ। ਉਸਨੇ ਕਿਹਾ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਸ ਵਿੱਚ ਪੂਰੇ ਉਤਰੋਗੇ। ਨਾਗਾਲੈਂਡ ਵਿੱਚ ਘੁਸਪੈਠ ਕਰਨ ਤੋਂ ਬਾਅਦ ਮੈਨੂੰ ਬੰਗਲਾਦੇਸ਼ ਵਿੱਚ ਘੁਸਪੈਠ ਕਰਨੀ ਪਈ। ਇਹ ਲੋਕ ਜੋ ਭਾਰਤੀ ਫੌਜ ਵਿੱਚ ਬੜੇ ਚਲਾਕ ਅਤੇ ਮਕਾਰ ਹਨ, ਅਜਿਹਾ ਕੰਮ ਕਰਨ ਲਈ ਕਦੇ ਤਿਆਰ ਨਹੀਂ ਸੀ ਹੁੰਦੇ। ਫਿਰ ਵੀ ਉਹ ਵੱਡੇ ਜਨਰਲ ਬਣ ਗਏ।
मैं जानना चाहांगा कि जनरल कॉल जो हुण चीफ बनन वाला है ने करी गोली की आवाज भी सुनी है। जदों जंग शुरू हुई तां उसकी बदली बड़ी सुरक्षित जगह कर दिती गई। जदों सन 1965 विच जंग खत्म होण लगी तां उसकी बदली एकदम जम्मू कर दिती गई। सवाल, तुसी कितनी देर तो हरिमंदर साहिब रह रहे हो? जवाब, तकरीबन 3 हफ्तियां तो। तुसी ये देख लवो कि यह दोनों केस जितण तो बाद असी प्रार्थना करके एक प्रण लिया। इसलिए हर महीने तीजे ऐतवार वाले दिन असी गुरुद्वारा बाबा दीप सिंह जाके 6 घंटे ਲਈ सिमरन ਅਤੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਾਂ। ਫਿਰ ਅਸੀਂ ਦਰਬਾਰ ਸਾਹਿਬ ਵੀ ਅਖੰਡ ਪਾਠ ਕੀਤਾ। ਹਾਲੇ ਵੀ ਸਾਡਾ ਇੱਕ ਅਖੰਡ ਪਾਠ ਅਤੇ ਲੰਗਰ ਬਾਬਾ ਬਕਾਲੇ ਵਿਖੇ ਕਰਨਾ ਬਾਕੀ ਹੈ ਅਤੇ ਕੁਝ ਹੋਰ ਅਰਦਾਸਾਂ ਵੀ ਕਰਨੀਆਂ ਹਨ। ਮੈਂ ਰੋਜ਼ ਸਵੇਰੇ 3 ਵਜੇ ਉੱਠਦਾ ਹਾਂ ਅਤੇ ਇਸ਼ਨਾਨ ਪਾਣੀ ਕਰਕੇ 4:30 ਵਜੇ ਰੋਜ਼ ਪਾਲਕੀ ਸਾਹਿਬ ਦੀ ਸੇਵਾ ਕਰਦਾ ਹਾਂ। ਜਦੋਂ ਸਵਾਰੀ ਸਾਹਿਬ ਅੰਦਰ ਜਾਂਦੀ ਸੀ ਤਾਂ ਉਸ ਸਮੇਂ ਮੈਂ ਆਪਣਾ ਪਾਠ ਕਰ ਲੈਂਦਾ ਸਾਂ। ਸੁਖਮਨੀ ਸਾਹਿਬ ਦਾ ਪਾਠ ਹਰਿਮੰਦਰ ਸਾਹਿਬ ਜਾ ਇੱਥੇ ਕਰ ਲੈਂਦਾ ਸਾਂ। ਫਿਰ ਮੈਂ ਰਹਿਰਾਸ ਸਾਹਿਬ ਦਾ ਪਾਠ ਕਰਨ ਲਈ ਜਾਂਦਾ ਸਾਂ। ਸਵਾਲ, ਕੀ ਤੁਸੀਂ ਕਈ ਮਹੀਨਿਆਂ ਤੋਂ ਇੱਥੇ ਠਹਿਰੇ ਰਹੇ? ਜਵਾਬ, ਨਹੀਂ, ਸਿਰਫ 3 ਹਫ਼ਤਿਆਂ ਤੋਂ ਮੈਂ ਇੱਥੇ ਹਾਂ। ਮੇਰਾ ਪਿੰਡ ਖਿਆਲਾ ਇਥੋਂ 10 ਮੀਲ ਦੀ ਦੂਰੀ ਤੇ ਹੈ। ਤੁਸੀਂ ਸਾਰੇ ਇਹ ਸ਼ੱਕ ਕਰਦੇ ਹੋ ਕਿ ਮੈਂ ਆਪਣਾ ਪਿੰਡ ਨੇੜੇ ਹੋਣ ਕਰਕੇ ਇੱਥੇ ਰਹਿ ਰਿਹਾ ਹਾਂ। ਮੈਂ ਤਾਂ ਇੱਥੇ ਪਾਠ ਅਤੇ ਅਰਦਾਸ ਕਰਨ ਲਈ ਅਤੇ ਆਪਣੀ ਪਤਨੀ ਦੀ ਬਿਮਾਰੀ ਕਾਰਨ ਰਹਿ ਰਿਹਾ ਹਾਂ। ਇਹ ਬਿਮਾਰੀ ਇੰਦਰਾ ਗਾਂਧੀ ਵੱਲੋਂ ਤੋਹਫੇ ਵਿੱਚ ਮਿਲੀ ਹੈ। ਮੈਂ ਆਪਣੀ ਨੌਕਰੀ ਸਮੇਂ ਕਈ ਸਾਲ ਤੱਕ ਬਹੁਤਾ ਕਰਕੇ ਉੱਥੇ ਹੀ ਰਿਹਾ ਹਾਂ ਜਿੱਥੇ ਪਰਿਵਾਰ ਰੱਖਣ ਦੀ ਸਹੂਲਤ ਨਹੀਂ ਸੀ। ਮੇਰੀ ਪਤਨੀ ਦੇ ਪੇਟ ਵਿੱਚ ਰਸੋਲੀ ਸੀ। ਮੈਂ ਇੰਦਰਾ ਗਾਂਧੀ ਨੂੰ ਅਪੀਲ ਕੀਤੀ ਕਿ ਜੇ ਮੇਰੇ ਲਈ ਨਹੀਂ ਤਾਂ ਘੱਟੋ ਘੱਟ ਮੇਰੀ ਪਤਨੀ ਲਈ ਮੈਨੂੰ ਇਨਸਾਫ ਦਿਵਾਓ ਜਿਸ ਨੇ ਦੇਸ਼ ਦੀ ਕਾਫੀ ਸੇਵਾ ਕੀਤੀ ਹੈ। ਸਵਾਲ, ਕਿ ਤੁਹਾਡਾ ਕੇਸ ਨੈਸਾ ਵਿੱਚ ਦਰਜ ਹੈ? ਜਵਾਬ, ਇਸ ਬਾਰੇ ਮੈਨੂੰ ਪਤਾ ਨਹੀਂ। ਸਵਾਲ, ਕਿ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਮਰਥਕ ਹੋ? ਜਵਾਬ, ਜਿੱਥੋਂ ਤੱਕ ਮੇਰੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸੰਬੰਧ ਦਾ ਸਵਾਲ ਹੈ ਇਸ ਵਿੱਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ। ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਨਾਲੋਂ ਵੀ ਜ਼ਿਆਦਾ ਦੇਸ਼ ਭਗਤ ਹਾਂ। ਮੈਂ ਭਿੰਡਰਾਂਵਾਲਿਆਂ ਨੂੰ ਮਿਲਿਆ ਹਾਂ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਉਹਨਾਂ ਦਾ ਵਿਅਕਤੀਤਵ ਨਿਰੋਲ ਧਾਰਮਿਕ ਹੈ ਅਤੇ ਉਹ ਸੱਚਾਈ ਤੇ ਖੜਨ ਵਾਲਾ ਮਨੁੱਖ ਹੈ। ਸਾਡੀ ਸਰਕਾਰ ਉਹਨਾਂ ਨੂੰ ਜਾਣ ਬੁੱਝ ਕੇ ਇੱਕ ਗੱਦਾਰ ਦੀ ਉਪਾਧੀ ਦੇ ਰਹੀ ਹੈ ਕਿਉਂਕਿ ਉਹਨਾਂ ਦੀ ਸਿਆਸਤ ਸਰਕਾਰ ਨੂੰ ਮੁਆਫਕ ਨਹੀਂ। ਲੇਕਿਨ ਇਹ ਸੱਚਾਈ ਹੈ ਕਿ ਦੁਨੀਆ ਵਿੱਚ ਸ਼ਾਇਦ ਹੀ ਕੋਈ ਸਿੱਖ ਹੋਵੇ ਜੋ ਉਸ ਨੂੰ ਆਪਣਾ ਲੀਡਰ ਨਹੀਂ ਮੰਨਦਾ। ਮੈਂ ਵੀ ਉਸ ਨੂੰ ਆਪਣਾ ਲੀਡਰ ਮੰਨਦਾ ਹਾਂ। ਮੇਰਾ ਪੱਕਾ ਵਿਸ਼ਵਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਉਹ ਇੱਕ ਹੀ ਸਿੱਖ ਜੰਮਿਆ ਹੈ ਜੋ ਸਿੱਖ ਕੌਮ ਨੂੰ ਇਨਸਾਫ ਦਿਵਾ ਸਕਦਾ ਹੈ। ਸਵਾਲ, ਕੀ ਤੁਸੀਂ ਹਿੰਸਾ ਦੇ ਸਮਰਥਕ ਹੋ? ਜਵਾਬ, ਨਹੀਂ, ਅਸੀਂ ਹਿੰਸਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਮੈਂ ਪਿਛਲੇ 3 ਮਹੀਨੇ ਜੇਲ੍ਹ ਵਿੱਚ ਰਹਿ ਕੇ ਇਹ ਸਿੱਧ ਕਰ ਦਿੱਤਾ। ਇਹੋ ਕਾਰਨ ਸੀ ਕਿ ਮੈਨੂੰ ਪੈਨਸ਼ਨ ਦੀ ਥਾਂ ਸਜ਼ਾ ਦਿੱਤੀ ਗਈ। ਜਦ ਮੈਨੂੰ ਇਹ ਹੁਕਮ ਮਿਲਿਆ ਤਾਂ ਉਸ ਸਮੇਂ ਮੈਂ ਜੇਲ੍ਹ ਵਿੱਚ ਸੀ। ਇਹ ਸਰਕਾਰ ਇਸੇ ਗੱਲ ਨੂੰ ਇਨਸਾਫ ਸਮਝਦੀ ਹੈ ਕਿ ਇੱਕ ਬਹਾਦਰ ਅਤੇ ਕੁਰਬਾਨੀ ਵਾਲੇ ਵਿਅਕਤੀ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ। ਮੈਂ ਆਪਣੇ ਦੇਸ਼ ਲਈ ਬੰਗਾਲੀ ਬਣਿਆ, ਦੇਸ਼ ਲਈ ਹੀ ਦਾੜੀ ਕਟਵਾਈ ਅਤੇ ਇਸ ਲਈ ਮੈਨੂੰ ਦੁਬਾਰਾ ਅੰਮ੍ਰਿਤ ਵਿੱਚ ਛਕਣਾ ਪਿਆ। ਮੈਂ ਜਨਰਲ ਜ਼ਿਆ ਉਲ ਰਹਿਮਾਨ ਨੂੰ ਸਿਖਲਾਈ ਦਿੱਤੀ। ਉਹ ਅਤੇ ਉਸ ਦੀ ਪਤਨੀ ਖਾਲਿਦਾ ਜਦੋਂ ਇੱਥੇ ਆਏ ਤਾਂ ਇਕੱਲੇ ਮੈਨੂੰ ਹੀ ਜੇਲ੍ਹ ਵਿੱਚੋਂ ਬਾਹਰ ਕੱਢਿਆ। ਜਨਰਲ ਰਹਿਮਾਨ ਮੇਰੇ ਥੱਲੇ ਸੈਕਸ਼ਨ ਕਮਾਂਡਰ ਸੀ ਅਤੇ ਚਟਾਕੰਗ ਲਈ ਜ਼ਿੰਮੇਵਾਰ ਸੀ। ਇਹੋ ਜਿਹਾ ਦੁਰਵਿਵਹਾਰ ਸਹਿਣ ਵਾਲਾ ਮੈਂ ਇਕੱਲਾ ਹੀ ਜਨਰਲ ਹਾਂ। ਮੈਂ ਦਵਾਈਆਂ ਵੀ ਨਹੀਂ ਖਰੀਦ ਸਕਦਾ ਅਤੇ ਮੈਨੂੰ ਪਿਛਲੇ ਸਾਲ ਦਿਲ ਦਾ ਦੌਰਾ ਪਿਆ ਸੀ। ਹੁਣ ਤੁਸੀਂ ਸੁਣ ਰਹੇ ਸੀ ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ ਕਿਤਾਬ ਦਾ ਅਧਿਆਇ ਸ਼ਹੀਦ ਜਨਰਲ ਸੁਬੇਗ ਸਿੰਘ, ਇੱਕ ਭੇਂਟ ਵਾਰਤਾ ਜਿਸ ਦੇ ਲੇਖਕ ਨੇ ਤਵਲੀਨ ਸਿੰਘ ਤੇ ਕਿਤਾਬ ਦੇ ਸੰਪਾਦਕ ਨੇ ਗੁਰਤੇਜ ਸਿੰਘ ਅਤੇ ਡਾਕਟਰ ਸਵਰਨਜੀਤ ਸਿੰਘ। YouTube ਚੈਨਲ ਅਕਾਲ ਆਡੀਓ ਬੁੱਕਸ ਤੇ ਹੁਣ ਜਲਦੀ ਹੀ ਲੈ ਕੇ ਆਵਾਂਗੇ ਇਸੇ ਕਿਤਾਬ ਦਾ ਅਗਲਾ ਅਧਿਆਇ ਸ਼ਹੀਦ ਕੇਹਰ ਸਿੰਘ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।